ਜਿਹੜੇ 800 ਵੈਂਟੀਲੇਟਰ ਜਿਹੜੇ ਸੈਂਟਰ ਸਰਕਾਰ ਨੇ ਭੇਜੇ ਵੀ ਸੀ ਉਹ ਵੀ ਡੱਬਿਆਂ 'ਚ ਪੈ ਰਹੇ, ਜਿਹੜੇ ਮੈਂ ਵੈਂਟੀਲੇਟਰ ਦਿੱਤੇ ਸੀ ਉਹ ਵੀ ਡੱਬਿਆਂ 'ਚ ਪੈ ਰਹੇ। ਸਿੱਖ ਕੌਮ ਭਾਵੇਂ ਜੇ ਆਬਾਦੀ ਦੇ ਹਿਸਾਬ ਨਾਲ ਦੇਖੀਏ ਤੇ ਛੋਟੀ ਜਿਹੀ ਕੌਮ ਹੈ, ਪਰ ਗੁਰੂ ਸਾਹਿਬ ਨੇ ਆਪਾਂ ਨੂੰ ਗੁਰਤੀ ਦਿੱਤੀ ਹੈ ਸੇਵਾ ਦੀ। ਮੁੱਖ ਮੰਤਰੀ ਸਰਕਾਰ ਦਾ ਮਤਲਬ ਹੈ ਪਹਿਲੇ ਪਲੈਨਿੰਗ ਕਰਨ, ਪਹਿਲੇ ਪਲੈਨਿੰਗ ਹੋ ਜੇ ਆਹ ਚੀਜ਼ ਹੋਣੀ ਹੈ, ਆਹ ਇੰਤਜ਼ਾਮ ਕਰਨਾ ਹੈ, ਇੱਥੇ ਕਰਕੇ ਆਪਾਂ ਇੰਤਜ਼ਾਮ ਕਰੀਏ, ਪਰ ਇੱਥੇ ਕੋਈ ਇੰਤਜ਼ਾਮ ਨਹੀਂ ਹੈ। ਜੇ ਅਸੀਂ 3-3 ਦਿਨਾਂ 'ਚ ਸੈਂਟਰ ਬਣਾ ਸਕਦੇ ਹਾਂ, ਪੰਜਾਬ ਸਰਕਾਰ ਦੀ ਤਾਂ ਬਹੁਤ ਵੱਡੀ ਸ਼ਕਤੀ ਹੈ। ਉਹ ਕੰਪਨੀ ਨਾਲ ਗੱਲ ਕੀਤੀ, ਉਹ ਕਹਿੰਦੀ ਸਰਕਾਰ ਸਾਨੂੰ ਪੈਸੇ ਭੇਜੂਗੀ ਤੇ ਅਸੀਂ ਭੇਜ ਦਾਂਗੇ। ਪੰਜਾਬ ਸਰਕਾਰ ਭੇਜੇ ਨਹੀਂ ਪੈਸੇ। ਹੁਣ ਤੁਸੀਂ ਦੇਖ ਲਓ, ਪਿਛਲੇ 4 ਦਿਨ ਦਾ ਮੈਂ ਰੌਲਾ ਪਾਇਆ ਕਿ ਤੁਸੀਂ ਇੰਟਰਨੈਸ਼ਨਲ ਟੈਂਡਰ ਕਰੋ। ਪਹਿਲੇ ਇਹਨੇ ਟੈਂਡਰ ਕੀਤਾ, ਹੁਣ ਕੱਲ੍ਹ ਦੇ ਅਖਬਾਰ 'ਚ ਕੈਪਟਨ ਕਹਿੰਦਾ ਕਿ ਮੈਂ ਹੁਣ ਟੈਂਡਰ ਕਰਨ ਲੱਗੇ ਹਾਂ। 22 ਜ਼ਿਲ੍ਹੇ ਆਪਣੇ ਪੰਜਾਬ 'ਚ, 17 ਜ਼ਿਲ੍ਹਿਆਂ 'ਚ ਵੈਂਟੀਲੇਟਰ ਹੈ ਨਹੀਂ, ਕੋਈ ਲੈਵਲ 3 ਦੀ ਹਸਪਤਾਲ ਹੀ ਹੈ ਨਹੀਂ ਲੈਵਲ 3 ਦਾ। ਇਕੱਲੇ 4 ਜ਼ਿਲ੍ਹਿਆਂ 'ਚ, 4 ਜ਼ਿਲ੍ਹਿਆਂ 'ਚ ਨਵੀਂ ਬਿਮਾਰੀ ਇਹਦੇ 'ਚੋਂ ਨਿਕਲ ਆਈ ਹੈ, ਫੰਗਸ ਦੀ ਬਿਮਾਰੀ। ਉਹ ਇਹ ਤੋਂ ਵੀ ਖਤਰਨਾਕ ਹੈ। ਉਸ ਬਿਮਾਰੀ ਨਾਲ ਨਿਗਾਹ ਵੀ ਚਲੇ ਜਾਂਦੀ ਹੈ, ਇੱਕਦਮ ਮੌਤ ਵੀ ਹੋ ਜਾਂਦੀ ਹੈ, ਕਈ ਚੀਜ਼ਾਂ ਆਪਣੇ ਆਪ ਹੀ ਹੋ ਜਾਂਦੀਆਂ। ਚਾਈਨਾ ਨੇ ਜਦੋਂ ਬਿਮਾਰੀ ਸ਼ੁਰੂ ਹੋਈ 1 ਮਹੀਨੇ ਦੇ ਅੰਦਰ 100 ਬੈੱਡ ਦਾ ਹਸਪਤਾਲ ਬਣਾਤਾ। ਅਸੀਂ ਕੋਵੈਕਸੀਨ ਕੰਪਨੀ ਨਾਲ ਗੱਲ ਕੀਤੀ, ਉੱਥੋਂ ਵੈਕਸੀਨ ਦੇ ਪੈਸੇ ਭੇਜ ਦਿੱਤੇ ਤੇ ਮੈਨੂੰ ਲੱਗਦਾ ਕੱਲ ਪਰਸੋਂ ਆ ਜਾਣਗੇ। ਜੇ SGPC ਨੂੰ ਸਾਨੂੰ 4 ਦਿਨਾਂ 'ਚ ਮਿਲ ਸਕਦੇ ਆ, ਅਸੀਂ ਤਾਂ ਬਹੁਤ ਛੋਟੀ ਸੰਸਥਾ ਹੈ। ਸਰਕਾਰ ਕਿਉਂ ਡਿੱਕੀ ਜਾਂਦੀ ਹੈ ਮੈਨੂੰ ਪਤਾ ਨਹੀਂ। ਜਦੋਂ ਜਾਨਾਂ ਸਾਰੀਆਂ ਚਲੇ ਜਾਣੀਆਂ ਉਦੋਂ ਕੈਪਟਨ ਸਾਹਿਬ ਜਾ ਕੇ ਅੱਜ ਦੇਸ਼ ਵਿੱਚ ਹੀ ਨਹੀਂ ਸੰਸਾਰ ਭਰ ਦੇ ਵਿੱਚ ਜਿਹੜੀ ਮਹਾਮਾਰੀ ਕਰੋਨਾ ਦੀ ਚੱਲੀ ਹੈ, ਬਹੁਤ ਹੀ ਭਿਆਨਕ, ਬਹੁਤ ਸੰਕਟ ਵਾਲੀ ਇਹ ਬਿਮਾਰੀ ਜਾਣੀ ਜਾਂਦੀ ਹੈ। ਜਿਹੜਾ ਵੀ ਇਹਦੀ ਲਪੇਟ ਵਿੱਚ ਆ ਜੇ, ਜਿਹਦੇ ਪਹਿਲਾਂ ਆਪਣੀ ਸਿਕਿਉਰਿਟੀ ਕਰ ਲਏ, ਆਪਣੇ ਆਪ ਨੂੰ ਇਹਤਿਆਤ ਵਰਤ ਲਵੇ, ਕੋਈ ਪ੍ਰਬੰਧ ਕਰ ਲਵੇ, ਕੋਈ ਕਿਸੇ ਢੰਗ ਦੇ ਨਾਲ ਇਲਾਜ ਕਰਾ ਲੇ, ਉਹ ਬਚ ਜਾਂਦਾ। ਜਦੋਂ ਲੈਵਲ 2 ਤੋਂ ਬਾਹਰ ਨਿਕਲ ਜਾਂਦਾ ਉਦੋਂ ਉਹਨੂੰ ਵੈਂਟੀਲੇਟਰ ਤੇ ਜਾਣਾ ਪੈਂਦਾ, ICU 'ਚ ਜਾਣਾ ਪੈਂਦਾ, ਜਿਹੜਾ ਇਸ ਵੇਲੇ ਬਹੁਤ ਹੀ ਡਰਾਵਣਾ ਸੀਨ ਬਣਿਆ ਹੋਇਆ ਕਿ ਕੋਈ ਸਰਕਾਰੀ ਹਸਪਤਾਲਾਂ 'ਚ ਜਦੋਂ ਉਹਨੂੰ ਇਹ ਲਾਹਾ ਨਹੀਂ ਮਿਲਦਾ, ਜਦੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਉਹਦੀ ਲੁੱਟ ਹੁੰਦੀ ਹੈ, ਜਦੋਂ ਕਿਤੇ ਉਹਨੂੰ ਵੈਂਟੀਲੇਟਰ ਨਹੀਂ ਮਿਲਦਾ, ਕਿਤੇ ਉਹਨੂੰ ਪੂਰੀ ਦਵਾਈ ਨਹੀਂ ਮਿਲਦੀ, ਕਿਤੇ ਵੈਕਸੀਨੇਸ਼ਨ ਨਹੀਂ ਮਿਲਦੀ, ਤੇ ਉਹ ਜਿਹੜੇ ਲੋਕ ਹੈ ਘਰਾਂ ਵਿੱਚ ਹੀ ਦਮ ਘੁੱਟ ਕੇ ਮਰ ਜਾਂਦੇ ਹੈ। ਇਹ ਸਾਰੀ ਜਦੋਂ ਅਸੀਂ ਗੱਲ ਦੇਖੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਪ੍ਰਧਾਨ ਸਾਹਿਬ ਜੀ ਨਾਲ ਵਿਚਾਰ ਕੀਤੀ, ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜੀ ਦੇ ਨਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ, ਕੋਰ ਕਮੇਟੀ ਵਿੱਚ ਵੀ ਮੈਂ ਬੇਨਤੀ ਕੀਤੀ ਕਿ ਇਹ ਬਿਮਾਰੀ ਜਿਹੜੀ ਹੈ ਬੜੀ ਸੀਵੀਅਰ ਹੈ ਤੇ ਬੜੀਆਂ ਜਾਨਾਂ ਜਾ ਰਹੀਆਂ, ਤੇ ਬਾਦਲ ਸਾਹਿਬ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਕੋਈ ਸੁਝਾਅ ਦਿਓ। ਔਰ ਮੈਨੂੰ ਬੜੀ ਵੱਡੀ ਰਾਹਤ ਮਿਲੀ ਜਦੋਂ ਬਾਦਲ ਸਾਹਿਬ ਨੇ ਸਾਨੂੰ ਇਹ ਸੁਝਾਅ ਦਿੱਤਾ ਕਿ ਅੱਜ ਮਾਨਵਤਾ ਦੇ ਤੇ ਭੀੜ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਵਜੋਂ ਜਾਣੀ ਜਾਂਦੀ ਹੈ ਔਰ ਸਰਬੱਤ ਦਾ ਭਲਾ ਮੰਗਦੀ ਹੈ। ਜਦੋਂ ਵੀ ਕਦੀ ਦੇਸ਼ ਵਿੱਚ ਜਾਂ ਕਿਸੇ ਵਿਦੇਸ਼ ਵਿੱਚ ਵੀ ਕੋਈ ਮਾਨਵਤਾ 'ਤੇ ਹਮਲਾ ਹੋਇਆ, ਕਿਤੇ ਭੀੜ ਬਣੀ ਹੈ, ਭਾਵੇਂ ਉਹ ਕੋਈ ਸੋਕੇ ਪੈ ਗਏ, ਭਾਵੇਂ ਹੜ੍ਹ ਆ ਗਏ, ਕਿਤੇ ਤੂਫਾਨ ਆ ਗਏ, ਭਾਵੇਂ ਕੋਈ ਬਿਮਾਰੀ ਫੈਲ ਗਈ, ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸੰਸਥਾ ਜਿਹੜੀ ਹੈ ਉਹ ਦਿਨ ਰਾਤ ਇੱਕ ਕਰਕੇ ਸੇਵਾ ਜੁਟਦੀ ਹੈ। ਫਿਰ ਜਦੋਂ ਇਹ ਸਲਾਹ ਕੀਤੀ ਗਈ ਤੇ ਪ੍ਰਧਾਨ ਜੀ ਨੇ ਸਾਨੂੰ ਜਦੋਂ ਇਹ ਗੱਲ ਵਿਚਾਰ ਦਿੱਤਾ ਕਿ ਤੁਸੀਂ ਕੋਈ ਹੱਲ ਕੱਢੋ, ਜਿਸ ਤਰ੍ਹਾਂ ਵੀ ਹੋਵੇ ਉਹਦਾ ਹੱਲ ਕੱਢ ਕੇ ਲੋਕਾਂ ਦੀ ਸੇਵਾ ਜੁਟ ਜਾਓ। ਇਮੀਡੀਏਟਲੀ ਅਸੀਂ ਵਾਈਸ ਚਾਂਸਲਰ, ਡੀਨ ਸਾਹਿਬ, ਡਾਕਟਰ ਸਾਹਿਬ ਸਾਰੇ ਅਸੀਂ ਇਕੱਠੇ ਹੋਏ, ਵਿਚਾਰ ਕੀਤੀ ਔਰ ਇੱਕੋ ਹੱਲ ਕੱਢਿਆ ਕਿ ਅਸੀਂ ICU ਤੇ ਥਾਂ ਤੇ ਇੰਨੀ ਛੇਤੀ ਨਹੀਂ ਬਣਾ ਸਕਦੇ, ਵੈਂਟੀਲੇਟਰ ਇੰਨੀ ਥਾਂ ਤੇ ਨਹੀਂ ਲਾ ਸਕਦੇ। ਆਲਰੇਡੀ ਸਾਡੇ ਹਸਪਤਾਲ ਦੇ ਵਿੱਚ ਇਸ ਵੇਲੇ 26 ਵੈਂਟੀਲੇਟਰ ਕੰਮ ਕਰ ਰਹੇ ਆ ਔਰ ਪੂਰਾ 100 ਬੈੱਡ ਦਾ ਅਸੀਂ ਕਰੋਨਾ ਮਰੀਜ਼ਾਂ ਵਾਸਤੇ ਬੈੱਡ ਤਿਆਰ ਕੀਤੇ ਹੋਏ ਆ। ਪੂਰਾ ਵਾਰਡ ਸਾਡਾ ਤਿਆਰ ਹੈ, ਜਿਹੜਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਸਾਡਾ ਕੋਵਿਡ ਬਣਿਆ ਹੋਇਆ ਹਸਪਤਾਲ, ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ, ਉਸ ਹਸਪਤਾਲ 'ਚ ਅਸੀਂ ਪੂਰਾ ਡੈਡੀਕੇਟ ਕਰ ਦਿੱਤਾ, ਕਿਉਂਕਿ ਪ੍ਰਧਾਨ ਜੀ ਦਾ ਸਾਨੂੰ ਆਦੇਸ਼ ਸੀ ਕਿ ਤੁਸੀਂ ਵੱਧ ਤੋਂ ਵੱਧ ਇਸ ਬਿਮਾਰੀ ਵਿੱਚ ਸੇਵਾ ਜੁਟੋ। ਅਸੀਂ ਇਮੀਡੀਏਟ ਜਾ ਕੇ ਪਹਿਲਾਂ ਉਹ 100 ਬੈੱਡਡ ਹਸਪਤਾਲ ਜਿਹੜਾ ਸੀ ਉਹ ਡੈਡੀਕੇਟ ਕੀਤਾ।
लगातार ਉਹਦੇ 'ਚ बहुत मरीज आ रहे हैं, बड़ी राहत हो रही है। सब तो वड्डी गल ये है कि जो अज लुट प्राइवेट हस्पतालों 'ਚ है, जो वेंटीलेटर नहीं मिल रहे, सरकारी हस्पताल तबाह होए पे है, किते कोई चीज़ नहीं प्रोवाइड हो रही। वैक्सीनेशन साढ़े को आए, वैक्सीन असी फ्री लाई, सारे असी थां दे जाके कैंप ला के वैक्सीन फ्री असी ਜਿਹੜੀ ਸੀ इंजैक्शन दिते। हुण भी असी बहुत वड्डी मात्रा दे विच, क्योंकि सानू इस गल की बड़ी ताकत मिलती है कि जो प्रधान साहब साडे अगे होकर तुरते हैं, जे कंसनट्रेटर की घाट पई इमीजिएट 150 कंसनट्रेटर इन्होंने सानू प्रोवाइड कराया। जे सानू अज वैक्सीन की गल हुई है तो मेरा ख्याल है कल ही इन्होंने प्रबंध कराता बहुत वड्डी मात्रा में, तकरीबन 53 लाख रुपया वो असी पेमेंट अज कर जा रहे हैं। 53 लाख की वैक्सीनेशन असी मंगा ली है। मैं धन्यवाद करती है बादल साहब का कि ये साढ़े नाल बहुत चिंतित होकर तुरे है। और मैं समझती है कि शायद इसे करके लोग समझते हैं कि श्रोमणी अकाली दल तो श्रोमणी गुरुद्वारा प्रबंधक कमेटी पंथ की एक ऐसी जमात है जिन्हें जदों भी भीड़ बने, जदों भी किते लोड़ पवे तो उदों डट के अगे होकर तुरते हैं। तो मैं जिथे ना धन्यवाद करती हाँ, उत्थे संगत नाल मेरा प्रॉमिस भी है, वायदा भी है कि धन गुरु रामदास जी के उस नगरी तो जो साडा मैडिकल इंस्टीट्यूशन चल रही है, जो साडा हस्पताल चल रहा है, जो साडी यूनिवर्सिटी चल रही है, इसी तरह दिन रात एक कर देंगे। पर कौम की खातर, पंजाब के लोगों की खातर, सरबत के भले की खातर, इस बीमारी नूं छुटकारा पाउण वास्ते जिथे भी सानू कोई याद करता सी उत्थे जाके सेंटर खोलते। अज साडा 5वां सेंटर है और तुसीं हैरान होवोगे कि इक्को एक दिन 20 मरीज़ उत्थे आकर दाखिल होंदे है तो 15 नूं असीं जवाब देने। उसका कारण की है कि जो लैवल 1 लैवल 2 85 तो जो साड़ी सैचुरेशन घट जाती है, जो ऑक्सीजन घट जाती है, असीं रख नहीं सकते, उन्होंने ICU की लोड़ है। इस करके असीं 85 तो उपर वाली जी ऑक्सीजन होंदी है वह जो असीं इलाज कर दें, सारे लोग उस वेले खुश होकर जाते हैं। पूरी डाइट जो सानू प्रिस्क्राइब करते हैं डॉक्टर साहब, जो सानू फ्रूट कहते हैं, जो सानू सूप कहते हैं, जो सानू उत्थे कोई किसी किस्म की काढ़ा पियोना या कोई उन्होंने ताकतवर चीज़ देनी, इम्यूनिटी डिवेलप होवे, वो सारिया चीज़ां मुहैया कराई गई। और मैं समझदी हाँ कि गुरु के घर दे विच, क्योंकि इस घर दे विचों ये दात मिलती है, दुख दारू सुख रोग पिया, ये वाहिगुरू की दारू जड़ा ना, ये बाणी का दारू है। क्योंकि इस बाणी तो ही असी सारा कुछ असी प्राप्त करते हैं। नाले बाणी सुनते मरीज़ तो नाले दवा मिलती है, वो ये होंदा कि वो ठीक होकर जाता, उन्हें संतुष्टि होंदी है। अज गुरुद्वारा ननकियाना साहब संगरूर विच 5वां कोविड सेंटर अज शुरू हो रहा है। इत्थे 25 बैड का कोविड सेंटर है। इत्थे हर किस्म की सहूलत, डॉक्टर, नर्सिस, ऑक्सीजन, दवाइयाँ, इंजैक्शन, सारा कुछ इत्थे मरीज इत्थे अवेलेबल है। सिख कौम भावें जे आबादी के हिसाब नाल देखिए तो छोटी जी कौम है, पर गुरु साहब ने आपां नूं गुरती दित्ती है सेवा की। जिथे भी लोड़ पई मानवता नूं सब तो अगे अपने भैन भरा इकट्ठे होए, अपनियां संस्था इकट्ठियां होईयां। जदों कोविड दे विच लंगर की सेवा की लोड़ सी उत्थे कीती, जदों ऑक्सीजन की सेवा की लोड़ उत्थे कीती। अज डॉक्टरां की, मरीज़ां की सारी सेवा विच SGPC लगी है। मैं बधाई देना चाहना बीबी जगीर कौर जी नूं ते श्रोमणी गुरुद्वारा प्रबंधक कमेटी नूं, जिहड़ी सेवा देख के जो SGPC ने सेवा की, 5 हस्पताल खोले, आ सारा काम कर रही है, हज़ारां जानां बचा रही है। उस नूं देख के लंडन अज खुशी ना मैं बड़ा मान है सानू कि वर्ल्ड बुक ऑफ रिकॉर्ड लंडन सर्टिफिकेट उन्होंने WHO राही श्रोमणी गुरुद्वारा प्रबंधक कमेटी नूं सर्टिफिकेट ऑफ कमिटमेंट अज भेजी है। लंडन तो आई है वर्ल्ड WHO तरफों बीबी जगीर कौर जी नूं प्रेजिडेंट श्रोमणी गुरुद्वारा प्रबंधक कमेटी श्रोमणी गुरुद्वारा प्रबंधक कमेटी आई है सर्टिफिकेट, जिहदा उन्होंने कहा कि असी बड़े थोड़े धन्नवादी हैं कि जो सेवा तुसीं संभाली है थोनू असी ਇਹਦਾ सत्कार करना चाहते हैं, एक सर्टिफिकेट देना चाहते हैं। आ एक बहुत वड्डी मान की गल है अपनी कौम नूं कि दुनिया की ऑर्गेनाइजेशन ने आपां नूं अपनी कौम की
ਸਨਮਾਨ ਜਥੇਬੰਦੀ ਸਿੱਖ ਕੌਮ ਦਾ ਪਾਰਲੀਮੈਂਟ ਬੋਲੇ ਸੋ ਨਿਹਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨਾ ਮਾਣ ਦਿੱਤਾ ਹੈ, ਸੇਵਾ ਦਾ ਉਹਨਾਂ ਨੂੰ ਰੈਕਗਨੀਸ਼ਨ ਦਿੱਤੀ ਹੈ। ਦੂਜੀ ਗੱਲ ਮੈਂ ਕਹਿਣਾ ਚਾਹਣਾ ਕਿ ਤਕਰੀਬਨ ਜਿਹੜੇ 5 ਸੈਂਟਰ ਆਪਾਂ ਪੰਜਵਾਂ ਹੈ 4 ਸੈਂਟਰ 'ਚ ਚੱਲ ਰਿਹਾ ਹੈ, ਤਕਰੀਬਨ 500-600 ਮਰੀਜ਼ ਠੀਕ ਹੋ ਕੇ ਚਲੇ ਗਏ। ਬੜੀ ਖੁਸ਼ੀ ਦੀ ਗੱਲ ਹੈ, ਬੜੀ ਸੇਵਾ। ਅੱਛਾ, ਸਾਰਾ ਕੁਝ ਉਹਨਾਂ ਨੂੰ ਮਿਲਿਆ ਤੇ ਸਾਰੇ ਠੀਕ ਹੋ ਕੇ ਚਲੇ ਗਏ ਹੈ। ਹੁਣ ਤਕਰੀਬਨ ਸਾਰੇ ਸੈਂਟਰਾਂ 'ਚ 20-25 ਮਰੀਜ਼ ਹੈਗੇ। ਤਕਰੀਬਨ ਸਾਡੇ ਅੱਜ ਦੀ ਤਰੀਕ 'ਚ ਹੋਣੇ ਹੈ ਕੋਈ 150 ਮਰੀਜ਼ ਸਾਡੇ ਸੈਂਟਰਾਂ 'ਚ ਹੋਣਾ ਹੈ, 500 ਠੀਕ ਹੋ ਕੇ ਚਲੇ ਗਏ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਆ ਜਿਹੜੀ ਮਹਾਮਾਰੀ ਹੈ, ਜਿਹੜੀ ਬਿਮਾਰੀ ਹੈ, ਬੜੀ ਖਤਰਨਾਕ ਬਿਮਾਰੀ ਹੈ। ਹੁਣ ਜਿਹੜੀ ਨਵੀਂ ਇਹਦਾ ਇੱਕ ਨਵੀਂ ਬਿਮਾਰੀ ਇਹਦੇ 'ਚੋਂ ਨਿਕਲ ਆਈ ਹੈ, ਫੰਗਸ ਦੀ ਬਿਮਾਰੀ। ਉਹ ਇਹ ਤੋਂ ਵੀ ਖਤਰਨਾਕ ਹੈ। ਉਸ ਬਿਮਾਰੀ ਨਾਲ ਨਿਗਾਹ ਵੀ ਚਲੇ ਜਾਂਦੀ ਹੈ, ਇੱਕਦਮ ਮੌਤ ਵੀ ਹੋ ਜਾਂਦੀ ਹੈ, ਕਈ ਚੀਜ਼ਾਂ ਆਪਣੇ ਆਪ ਹੀ ਹੋ ਜਾਂਦੀਆਂ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ, ਮੈਨੂੰ ਕਹਿਣ ਦੀ ਲੋੜ, ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਪਰ ਦੁਖੀ ਹੋ ਕੇ ਮੈਂ ਕਹਿ ਰਿਹਾ ਕਿਉਂਕਿ ਮੈਂ ਲਗਾਤਾਰ 10 ਦਿਨ ਦਾ ਲੱਗਿਆ ਹਲੇ ਤੱਕ ਜਿਵੇਂ ਕੋਈ ਜੂੰ ਨਹੀਂ ਇਹਨੂੰ ਛਿੜਕੇ, ਇਹਨੂੰ ਕੋਈ ਪਰਵਾਹ ਹੀ ਨਹੀਂ ਹੈ, ਕੈਪਟਨ ਨੂੰ ਕੋਈ ਪਰਵਾਹ ਨਹੀਂ, ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਹੈ। ਤੁਸੀਂ ਹੈਰਾਨ ਰਹਿ ਜਾਓਗੇ। ਲੈਵਲ 1 ਲੈਵਲ 2 ਅਸੀਂ ਦੇ ਰਹੇ ਹਾਂ, ਲੈਵਲ 3 ਹੁੰਦਾ ਜਦੋਂ ਵੈਂਟੀਲੇਟਰ ਤੇ ਬੰਦਾ ਜਾਂਦਾ ਪਰ ਸੀਰੀਅਸ ਹੋ ਜਾਂਦਾ ਹੈ। ਲੈਵਲ 3 ਦੇ 22 ਜ਼ਿਲ੍ਹੇ ਆਪਣੇ ਪੰਜਾਬ 'ਚ, 17 ਜ਼ਿਲ੍ਹਿਆਂ 'ਚ ਵੈਂਟੀਲੇਟਰ ਹੈ ਨਹੀਂ, ਕੋਈ ਲੈਵਲ 3 ਦੀ ਹਸਪਤਾਲ ਹੀ ਹੈ ਨਹੀਂ ਲੈਵਲ 3 ਦਾ। ਇਕੱਲੇ 4 ਜ਼ਿਲ੍ਹਿਆਂ 'ਚ, 4 ਜ਼ਿਲ੍ਹਿਆਂ 'ਚ ਦੇਖੋ। ਹੁਣ ਤਾਈਓਂ ਆਈ ਕਾਰਨ ਹੈ ਜੇ ਅੱਜ ਸਭ ਤੋਂ ਜ਼ਿਆਦੀਆਂ ਮੌਤਾਂ ਕੋਵਿਡ ਕਰਕੇ ਹਿੰਦੁਸਤਾਨ ਜੇ ਕਿਸੇ ਸੂਬੇ 'ਚ ਹੋਈਆਂ, ਰੇਸ਼ੋ ਸਾਂਭ ਲਓ ਤਾਂ ਪੰਜਾਬ ਹੈ। 12,000 ਮੌਤਾਂ ਰੋਜ਼ ਦੀਆਂ, 250, 300, 250 ਮੌਤਾਂ ਹੋ ਰਹੀਆਂ। ਕਿਉਂ ਹੋ ਰਹੀਆਂ? ਕਿਉਂਕਿ ਲੈਵਲ 3 ਦੀ ਆਪਣੀ ਫੈਸਿਲਿਟੀ ਨਹੀਂ। ਸਾਰੇ ਸੂਬਿਆਂ ਨੇ ਪਿਛਲੇ 6 ਮਹੀਨਿਆਂ ਦੇ ਅੰਦਰ ਆਪਣੀ ਲੈਵਲ 3 ਦੀ ਵੈਂਟੀਲੇਟਰ ਦੀਆਂ ਫੈਸਿਲਿਟੀਆਂ ਬਣਾ ਲਈਆਂ ਸੀ, ਪਰ ਆਪਣੀ ਸਰਕਾਰ ਨੇ ਕੁਝ ਨਹੀਂ ਕੀਤਾ। ਜਿਹੜੇ 800 ਵੈਂਟੀਲੇਟਰ ਜਿਹੜੇ ਸੈਂਟਰ ਸਰਕਾਰ ਨੇ ਭੇਜੇ ਵੀ ਸੀ, ਉਹ ਵੀ ਡੱਬਿਆਂ 'ਚ ਪਏ ਰਹੇ। ਜਿਹੜੇ ਮੈਂ ਵੈਂਟੀਲੇਟਰ ਦਿੱਤੇ ਸੀ, ਉਹ ਵੀ ਡੱਬਿਆਂ 'ਚ ਪਏ ਰਹੇ। ਇੱਕ ਬਹੁਤ ਵੱਡੀ ਅਣਗਹਿਲੀ ਹੈ। ਮੁੱਖ ਮੰਤਰੀ ਜੀ, ਜਿਹੜੇ ਅਫਸਰ, ਜਿਹੜੇ ਮੰਤਰੀ ਕੋਲ ਮਹਿਕਮਾ, ਜਿਹੜੇ ਅਫਸਰ ਹੈ, ਉਹਨਾਂ 'ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ। ਆ ਜਾਨਾਂ ਗਈਆਂ ਲੋਕਾਂ ਦੀਆਂ। ਹੁਣ ਵੀ ਮੈਂ ਬੇਨਤੀ ਕਰਦਾ ਹਾਂ, ਆ ਜਿਹੜੀ ਫੰਗਸ ਦੀ ਬਿਮਾਰੀ ਹੈ, ਇਹਦੇ ਵਾਸਤੇ ਅਲੱਗ ਦਵਾਈਆਂ ਦੀ ਲੋੜ ਹੈ। ਫਿਰ ਆਪਾਂ ਭੱਜਾਂਗੇ, ਫਿਰ ਫਾਇਦਾ ਕੀ ਹੈ? ਮੁੱਖ ਮੰਤਰੀ ਸਰਕਾਰ ਦਾ ਮਤਲਬ ਆ ਪਹਿਲੇ ਪਲੈਨਿੰਗ ਕਰਨ, ਪਹਿਲੇ ਪਲੈਨਿੰਗ ਹੋ ਜੇ, ਆਹ ਚੀਜ਼ ਹੋਣੀ ਹੈ, ਆਹ ਇੰਤਜ਼ਾਮ ਕਰਨਾ ਹੈ, ਇੱਥੇ ਕਰਕੇ ਆਪਾਂ ਇੰਤਜ਼ਾਮ ਕਰੀਏ। ਪਰ ਇੱਥੇ ਕੋਈ ਇੰਤਜ਼ਾਮ ਨਹੀਂ ਹੈ। ਹੁਣ ਵੈਕਸੀਨੇਸ਼ਨ ਹੈ, ਆ ਜਿਹੜੇ ਇੰਜੈਕਸ਼ਨ ਹੈ, ਵੈਕਸੀਨੇਸ਼ਨ ਹੈ, ਕੋਵਿਸ਼ੀਲਡ ਤੇ ਕੋਵੈਕਸੀਨ, ਤੁਸੀਂ ਦੇਖੋ ਪੰਜਾਬ 'ਚ ਕਿਤੇ ਲੱਗ ਹੀ ਨਹੀਂ ਰਿਹਾ, ਬਹੁਤ ਘੱਟ ਹੈ। ਤੇ ਕਹਿ ਰਿਹਾ ਕਿ ਸਾਡੇ ਕੋਲ ਅਵੇਲੇਬਲ ਨਹੀਂ ਹੈ। ਮੈਂ ਇਹਨਾਂ ਦਾ ਭਾਂਡਾ ਫੋੜਨਾ ਚਾਹੁੰਦਾ ਸੀ। ਤੁਸੀਂ ਦੇਖ ਲਓ, 4 ਦਿਨਾਂ ਦੇ ਅੰਦਰ ਅੰਦਰ, 5 ਦਿਨਾਂ ਦੇ ਅੰਦਰ ਅੰਦਰ, 4-5 ਦਿਨਾਂ ਦੇ ਅੰਦਰ ਅਸੀਂ ਕੋਵੈਕਸੀਨ ਕੰਪਨੀ ਨਾਲ ਗੱਲ ਕੀਤੀ, ਉੱਥੋਂ ਵੈਕਸੀਨ ਦੇ ਪੈਸੇ ਭੇਜ ਦਿੱਤੇ ਤੇ ਮੈਨੂੰ ਲੱਗਦਾ ਕੱਲ ਪਰਸੋਂ ਆ ਜਾਣਗੇ। ਜੇ SGPC ਨੂੰ ਸਾਨੂੰ 4 ਦਿਨਾਂ 'ਚ ਮਿਲ ਸਕਦੇ ਆ, ਅਸੀਂ ਤਾਂ ਬਹੁਤ ਛੋਟੀ ਸੰਸਥਾ ਹੈ। ਸਰਕਾਰ ਕਿਉਂ ਡਿੱਕੀ ਜਾਂਦੀ ਹੈ ਮੈਨੂੰ ਪਤਾ ਨਹੀਂ। ਜਦੋਂ ਜਾਨਾਂ ਸਾਰੀਆਂ ਚਲੇ ਜਾਣੀਆਂ ਉਦੋਂ ਕੈਪਟਨ ਸਾਹਿਬ ਜਾਗਣਗੇ। ਕੀ ਆਪਣੇ ਖਜ਼ਾਨੇ ਦਾ ਪੈਸਾ ਤੁਸੀਂ ਸੰਭਾਲ ਕੇ ਕਿਸ ਵਾਸਤੇ ਰੱਖਣਾ ਹੈ? ਉਹ ਕੰਪਨੀ ਨਾਲ ਗੱਲ ਕੀਤੀ, ਉਹ ਕਹਿੰਦੀ ਸਰਕਾਰ ਸਾਨੂੰ ਪੈਸੇ ਭੇਜੂਗੀ ਤੇ ਅਸੀਂ ਭੇਜ ਦਾਂਗੇ। ਪੰਜਾਬ ਸਰਕਾਰ ਭੇਜੇ ਨਹੀਂ ਪੈਸੇ। ਹੁਣ ਤੁਸੀਂ ਦੇਖ ਲਓ, ਪਿਛਲੇ 4 ਦਿਨ ਦਾ ਮੈਂ ਰੌਲਾ ਪਾਇਆ ਕਿ ਤੁਸੀਂ ਇੰਟਰਨੈਸ਼ਨਲ ਟੈਂਡਰ ਕਰੋ। ਪਹਿਲੇ ਇਹਨੇ ਟੈਂਡਰ ਕੀਤਾ, ਹੁਣ ਕੱਲ੍ਹ ਦੇ ਅਖਬਾਰ 'ਚ ਕੈਪਟਨ ਕਹਿੰਦਾ ਕਿ ਮੈਂ ਹੁਣ ਟੈਂਡਰ ਕਰਨ ਲੱਗੇ ਹਾਂ। ਕੀ ਸਾਨੂੰ ਦੱਸਣਾ ਪੈਣਾ ਕੈਪਟਨ ਸਾਹਿਬ ਨੂੰ ਕੀ ਕੰਮ ਕਰਨਾ? ਕੈਪਟਨ ਸਾਹਿਬ, ਬੜਾ ਦੁੱਖ ਹੈ। ਮੈਂ ਇਸ ਮਹਾਮਾਰੀ ਦੇ ਦੌਰਾਨ ਮੈਂ ਚਾਹੁੰਦਾ ਨਹੀਂ ਸੀ ਕਿ ਅਸੀਂ ਤੁਹਾਡੇ ਖਿਲਾਫ ਕੋਈ ਬੋਲੀਏ, ਕਿਉਂਕਿ ਅਗਵਾਈ ਤੁਸੀਂ ਕਰ ਰਹੇ ਹੋ। ਜੇ ਅਗਵਾਈ ਤੁਹਾਨੂੰ ਪੰਜਾਬ ਦੀ ਜਨਤਾ ਨੇ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ, ਪਰ ਜੇ ਅਗਵਾਈ ਕਰਨ ਦਾ ਮੌਕਾ ਦਿੱਤਾ, ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਚਲੋ 4 ਸਾਲ ਭਾਵੇਂ ਤੁਸੀਂ ਨਹੀਂ ਕੀਤਾ ਕੁਝ, ਹੁਣ ਤਾਂ ਤੁਹਾਨੂੰ ਬਚਾਉਣਾ ਚਾਹੀਦਾ ਪੰਜਾਬ ਨੂੰ। ਘੱਟ ਤੋਂ ਘੱਟ ਹੁਣ ਤਾਂ ਤੁਸੀਂ ਲੱਗ ਜਾਓ। ਕਈ ਕੰਮ ਕਰਨ ਵਾਲੇ ਹੈ। ਇਮੀਡੀਏਟਲੀ ਤੁਸੀਂ ਘੱਟ ਤੋਂ ਘੱਟ 50-100 ਕਰੋੜ ਰੁਪਇਆ ਭੇਜ ਕੇ ਆਪਣੇ ਵੈਕਸੀਨ ਇਮੀਡੀਏਟਲੀ ਬੁੱਕ ਕਰੋ। ਇੰਡੀਅਨ ਕੰਪਨੀ ਸਪੂਟਨਿਕ
ਤੇ ਜਿਹੜੀ ਕੋਵੈਕਸੀਨ ਹੈ ਉਹਨਾਂ ਦੀ ਕੰਪਨੀਆਂ ਦੇਣ ਨੂੰ ਤਿਆਰ ਹੈ, ਪਰ ਉਹ ਕਹਿੰਦੇ ਸਾਨੂੰ ਪੈਸਾ ਭੇਜਣ ਦੇ ਅਸੀਂ ਦੇ ਦਾਂਗੇ। ਪੰਜਾਬ ਸਰਕਾਰ ਨੂੰ ਇਮੀਡੀਏਟਲੀ 100 ਕਰੋੜ 200 ਕਰੋੜ ਦੀ ਇਮੀਡੀਏਟਲੀ ਐਲੋਕੇਸ਼ਨ ਕਰਕੇ ਉਹਨਾਂ ਨੂੰ ਭੇਜਣ ਤੇ ਨਾਲ ਦੇ ਨਾਲ ਵੈਕਸੀਨ ਮਿਲਾਉਣ। ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਹਰ ਪਿੰਡ ਦੇ ਵਰਕਰ ਤੁਹਾਡੇ ਨਾਲ ਲੱਗ ਕੇ ਤੁਹਾਡੀ ਸਹਾਇਤਾ ਕਰਨਗੇ, ਵੈਕਸੀਨ ਲਵਾਉਣ ਦੀ ਸਹਾਇਤਾ ਕਰਨਗੇ, ਲੋਕਾਂ ਨੂੰ ਮੋਟੀਵੇਟ ਕਰਨਗੇ। ਕਿਉਂਕਿ ਮੈਂ ਪਹਿਲੇ ਵੀ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ, ਆਹ ਬਿਮਾਰੀ ਤੋਂ ਆਪਾਂ ਤਾਂ ਬਚ ਸਕਦੇ ਹਾਂ ਜੇ ਆਪਾਂ ਇੰਜੈਕਸ਼ਨ ਲਵਾ ਕੇ ਆ ਦੋਨੋਂ ਇੰਜੈਕਸ਼ਨ ਜਿਹੜੇ ਕੋਵੈਕਸੀਨ ਦੀ ਲੱਗਦੇ ਆ ਉਹ ਆਪਾਂ ਜ਼ਰੂਰ ਲਵਾਈਏ। ਕਈ ਗਲਤ ਅਫਵਾਹਾਂ ਲੋਕੀ ਉਠਾ ਦਿੰਦੇ ਆ ਕਿ ਆ ਇੰਜੈਕਸ਼ਨ ਨਾਲ ਪਤਾ ਨਹੀਂ ਕੀ ਹੋ ਜਾਊਗਾ, ਇੰਜੈਕਸ਼ਨ ਨਾਲ ਪਤਾ ਨਹੀਂ ਕੀ ਹੋਊਗਾ। ਕੁਝ ਨਹੀਂ ਹੋਣਾ। ਇੱਕ ਚੀਜ਼ ਹੋਣੀ ਹੈ, ਤੁਹਾਡੀ ਜਾਨ ਬਚ ਜਾਣੀ ਹੈ। ਜੇ ਜਾਨ ਬਚਾਉਣੀ, ਆਪਣੀ ਬਚਾਉਣੀ, ਆਪਣੇ ਬੱਚਿਆਂ ਦੀ ਬਚਾਉਣੀ, ਆਪਣੇ ਬਜ਼ੁਰਗ ਮਾਤਾ ਪਿਤਾ ਦੀ ਜਾਨ ਬਚਾਉਣੀ ਹੈ, ਆਪਣੇ ਪਿੰਡਾਂ ਦੇ ਲੋਕਾਂ ਦੀ ਜਾਨ, ਸ਼ਹਿਰਾਂ ਦੀ ਲੋਕਾਂ ਦੀ ਜਾਨ ਬਚਾਉਣੀ ਹੈ, ਕਿਸੇ ਦੀ ਗੱਲ 'ਚ ਨਾ ਹੋ। ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ, ਮੈਂ ਅਪੀਲ ਵੀ ਕਰਦਾ ਮੁੱਖ ਮੰਤਰੀ ਜੀ ਨੂੰ, ਅਸੀਂ ਅੱਗੇ ਲੱਗਾਂਗੇ ਜੇ ਤੁਸੀਂ ਚਾਹੁੰਦੇ ਆ। ਪਿੰਡ ਪਿੰਡ ਤੱਕ ਸਾਡੇ ਵਰਕਰ ਤੁਹਾਡੇ ਨਾਲ ਸਾਥ ਦੇ ਕੇ ਇੰਜੈਕਸ਼ਨ ਵੀ ਲਾਉਣਗੇ। ਪਰ ਇੱਕ ਬੇਨਤੀ ਜ਼ਰੂਰ ਹੈ, ਜਿਹੜੇ ਅੱਜ ਹਾਲਾਤ ਪਿੰਡਾਂ ਦੇ ਆ ਬਹੁਤ ਗੰਭੀਰ ਹਾਲਾਤ ਹੈ। ਹਰ ਜਗ੍ਹਾ ਤੇ 100 ਪਿੰਡ ਦੇ ਵਿੱਚ ਮਰੀਜ਼ ਹੈ। ਬਹੁਤ ਲੋਕੀ ਦਾ ਮੌਤਾਂ ਹੋ ਰਹੀਆਂ ਜਿਹੜੀਆਂ ਤੁਹਾਡੇ ਆ ਦਿਖਾਈ ਨਹੀਂ ਦਿੰਦਾ। ਤੁਹਾਡੀ ਲਿਸਟ ਜਿਹੜੀ ਹੁੰਦੀ ਹੈ ਥੋੜੀ ਦਿਖਾਈ ਨਹੀਂ ਦਿੰਦੀ। ਜਿਵੇਂ SGPC ਨੇ ਆ 5 ਸੈਂਟਰ ਖੋਲ੍ਹਤੇ। ਮੈਂ ਬੇਨਤੀ ਕਰਦਾ ਮੁੱਖ ਮੰਤਰੀ ਜੀ ਨੂੰ, ਤੁਹਾਡੇ ਕੋਲੇ ਸਰਕਾਰ ਹੈ, ਸਾਰੇ ਮੈਡੀਕਲ ਕਾਲਜ ਤੁਹਾਡੇ ਥੱਲੇ ਹੈ, ਇੰਸਟੀਟਿਊਸ਼ਨ ਸਾਡੇ ਕੋਲੇ ਤਾਂ ਇੱਕ SGPC ਕੋਲੇ ਇਕੱਲਾ ਇੱਕ ਕਾਲਜ ਹੈ। ਇੱਕ ਕਾਲਜ 'ਚੋਂ ਅਸੀਂ ਤਕਰੀਬਨ 8 ਤੋਂ 10 ਸੈਂਟਰ ਖੋਲ੍ਹ ਲਾਂਗੇ। 220 ਬਲਾਕ ਹੈ ਪੰਜਾਬ ਦੇ। ਜਿਵੇਂ 220 ਅਸੀਂ ਸੈਂਟਰ ਖੋਲ੍ਹੇ ਹੈ, 25-30 ਬੈੱਡ ਦੇ 220 ਬਲਾਕਾਂ ਤੁਸੀਂ ਖੋਲ੍ਹ ਦਿਓ, ਤੁਸੀਂ ਦੇਖੋ ਕਿੰਨੀਆਂ ਜਾਨਾਂ ਬਚ ਸਕਣਗੀਆਂ। ਫੈਸਲਾ ਲੈ ਲਓ। ਜੇ ਕਿਸੇ ਚੀਜ਼ ਦੀ ਸਪੋਰਟ ਦੀ ਲੋੜ ਹੈ, ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਅਸੀਂ ਤੁਹਾਡੀ ਸੇਵਾ ਸਪੋਰਟ ਕਰਨ ਨੂੰ ਤਿਆਰ ਹੈ ਇਸ ਮਕਸਦ 'ਚ। ਪਰ ਫੈਸਲਾ ਲਓ, ਆਪਣੇ ਮਿਨਿਸਟਰਾਂ ਨੂੰ ਕਹੋ ਵੰਡ ਦਿਓ, ਇਲਾਕੇ ਵੰਡ ਦਿਓ ਕਿ ਆਹ ਤੁਸੀਂ ਸੰਭਾਲਣਾ, ਆਹ ਸੈਕਟਰੀ ਨੇ ਆਹ ਸੰਭਾਲਣਾ, ਆਹ ਕਰਨਾ ਹੈ। ਤੇ ਇੱਕ ਹਫ਼ਤੇ ਦੇ ਅੰਦਰ ਚਾਈਨਾ ਨੇ ਜਦੋਂ ਬਿਮਾਰੀ ਸ਼ੁਰੂ ਹੋਈ 1 ਮਹੀਨੇ ਦੇ ਅੰਦਰ 100 ਬੈੱਡ ਦਾ ਹਸਪਤਾਲ ਬਣਾਤਾ। ਮੈਂ ਬੀਬੀ ਜੀ ਨੂੰ ਗੱਲ ਕੀਤੀ, ਆ ਜਿੰਨੇ ਵੀ ਸੈਂਟਰ ਅਸੀਂ ਬਣਾਏ ਹੈ 3-3 ਦਿਨਾਂ 'ਚ ਇੱਕ ਸੈਂਟਰ ਬਣਾਇਆ। 3-3 ਦਿਨਾਂ 'ਚ ਜੇ ਅਸੀਂ 3-3 ਦਿਨਾਂ 'ਚ ਸੈਂਟਰ ਬਣਾ ਸਕਦੇ ਹਾਂ, ਪੰਜਾਬ ਸਰਕਾਰ ਦੀ ਤਾਂ ਬਹੁਤ ਵੱਡੀ ਸ਼ਕਤੀ ਹੈ। ਆਪਣੀ ਸ਼ਕਤੀ ਪਛਾਣੋ ਤੇ 200-250 ਬਲਾਕ ਦੇ ਵਿੱਚ ਹਰ ਬਲਾਕ 'ਚ ਇੱਕ ਬਣਾ ਦਿਓ, ਤਾਂ ਹੀ ਜਾਨਾਂ ਬਚਣਗੀਆਂ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਊਗਾ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।